ਕੀ ਕੈਨੇਡਾ ਦੇ ਵਿੱਚ ਜਿੰਨੇ ਪ੍ਰੋਵਿੰਸਿਸ ਨੇ ਉੱਥੇ ਅਲੱਗ-ਅਲੱਗ ਸਟਰਕਚਰ ਹੈ ਪਰ ਆਰ ਵੇਜਿਸ ਦਾ, ਜਾਂ ਪੂਰੇ ਕੈਨੇਡਾ ਦੇ ਵਿੱਚ ਇੱਕੋ ਹੀ ਸਟਰਕਚਰ ਹੈ ਜੋ ਐਮਪਲੋਇਰ ਪੇ ਕਰੂਗਾ ਲੇਬਰ ਨੂੰ? ਜੇ ਗੱਲ ਕਰੀਏ ਵੇਜ ਰੇਟ ਦੀ ਤਾਂ ਹਰੇਕ ਪ੍ਰੋਵਿੰਸ ਟੂ ਪ੍ਰੋਵਿੰਸ ਉਹ ਵੇਰੀ ਕਰਦਾ। ਪ੍ਰੋਵਿੰਸ਼ੀਅਲ ਗਵਰਨਮੈਂਟ ਉਹਨੂੰ ਟਾਈਮ ਟੂ ਟਾਈਮ ਰਿਵਾਈਜ਼ ਕਰਦੀ ਰਹਿੰਦੀ ਹੈ ਵੇਜ ਰੇਟ ਨੂੰ। ਇੱਕ ਪੰਜਾਬੀ ਮੂਵੀ ਦਾ ਇੱਕ ਫੇਮਸ ਡਾਇਲੋਗ ਹੈ ਕਿ ਬਾਹਰਲੇ ਦੇਸ਼ਾਂ 'ਚ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ, ਪਰ ਕੈਨੇਡਾ ਦੇ ਵਿੱਚ ਇਟਸ ਅ ਡਿਫਰੈਂਟ ਸਟੋਰੀ। ਇਹ ਬਹੁਤ ਕਿੱਸੇ ਅਜਿਹੇ ਸੁਣਨ 'ਚ ਆਏ ਨੇ ਕਿ ਪੰਜਾਬੀ ਹੀ ਪੰਜਾਬੀਆਂ ਨੂੰ ਜ਼ਿਆਦਾ ਐਕਸਪਲੋਇਟ ਕਰਦੇ ਨੇ। ਸਤਿ ਸ੍ਰੀ ਅਕਾਲ, ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹੋ ਅੰਦਾਜ਼ੇ ਪੰਜਾਬ ਟੀਵੀ। ਜਿਵੇਂ ਕਿ ਪ੍ਰੀਵੀਅਸ ਵੀਡੀਓਜ਼ 'ਚ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਲਈ ਇੰਟਰਸਟਿੰਗ ਅਤੇ ਯੂਨੀਕ ਕੰਟੈਂਟ ਸਾਂਝਾ ਕਰਦੇ ਰਹਾਂਗੇ, ਸੋ ਉਸੇ ਕੜੀ ਤਹਿਤ ਅੱਜ ਅਸੀਂ ਚੱਲਦੇ ਸਿਲਸਿਲੇ ਤਹਿਤ ਇੱਕ ਅਲੱਗ ਜਿਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਹੜਾ ਇੰਡੀਅਨ ਡਾਇਸਪੋਰਾ ਹੈ, ਇਟ ਇਜ਼ ਦ ਬਿਗੈਸਟ ਇਨ ਦ ਵਰਲਡ। ਜਿਹੜੇ ਭਾਰਤੀ ਦੇ ਪੰਜਾਬੀ ਨੇ ਉਹ ਕੈਨੇਡਾ 'ਚ ਰਹਿ ਕੇ ਅਤੇ ਅਲੱਗ-ਅਲੱਗ ਕੰਟਰੀਜ਼ 'ਚ ਰਹਿ ਕੇ ਜ਼ਿੰਦਗੀ ਗੁਜ਼ਾਰਦੇ ਨੇ। ਉੱਥੇ ਜਾ ਕੇ ਉਹ ਬਿਜ਼ਨਸ ਵੀ ਕਰਦੇ ਨੇ ਜਾਂ ਉਹਨਾਂ ਦੇ ਕਈ ਪਰਸਨਲ ਰੀਜ਼ਨਸ ਵੀ ਹੁੰਦੇ ਨੇ। ਸੋ ਪੰਜਾਬੀ ਜ਼ਿਆਦਾਤਰ ਕੈਨੇਡਾ 'ਚ ਰਹਿਣਾ ਪਸੰਦ ਕਰਦੇ ਨੇ, ਉਹਨਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਪੰਜਾਬ ਵਿੱਚ ਤਾਂ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਜਿਹਨੇ ਕੈਨੇਡਾ ਨਹੀਂ ਦੇਖਿਆ ਉਹਦਾ ਅਜੇ ਜਨਮ ਹੀ ਨਹੀਂ ਹੋਇਆ। ਸੋ ਪੰਜਾਬੀਆਂ ਦੀ ਪਹਿਲੀ ਪਸੰਦ ਕੈਨੇਡਾ ਹੈ। ਉਸ ਨਾਲ ਰਿਲੇਟਿਡ ਇਸ਼ੂਜ਼ ਕੀ ਨੇ, ਉੱਥੇ ਜਾ ਕੇ ਗੁਜ਼ਾਰਾ ਕਿਵੇਂ ਕਰਨਾ, ਉੱਥੋਂ ਦੇ ਲੈਂਗੁਏਜ ਬੈਰੀਅਰਸ, ਉੱਥੋਂ ਦੇ ਕਲਚਰਲ ਬੈਰੀਅਰਸ, ਉਹਨਾਂ ਦੇ ਰਿਚੁਅਲਸ ਸਾਡੇ ਨਾਲੋਂ ਕਿਵੇਂ ਅਲੱਗ ਨੇ, ਜਾਂ ਜਿਹੜੇ ਨੌਜਵਾਨ ਜਾਂ ਲੇਬਰ ਉੱਥੇ ਜਾ ਕੇ ਵਰਕ ਕਰਦੀ ਹੈ ਉਹਨਾਂ ਨੂੰ ਪਰ ਆਰ ਵੇਜਿਸ ਕੀ ਪ੍ਰੋਵਾਈਡ ਕਰਦਾ ਕੈਨੇਡਾ, ਜਾਂ ਉੱਥੋਂ ਦੇ ਅਲੱਗ-ਅਲੱਗ ਪ੍ਰੋਵਿੰਸਿਸ, ਉਹਨਾਂ ਸਾਰਿਆਂ ਬਾਰੇ ਅੱਜ ਆਪਾਂ ਗੱਲ ਕਰਾਂਗੇ। ਸਾਡੇ ਨਾਲ ਸ਼ੋਅ 'ਤੇ ਨੇ ਮਨਰੂਪ ਕੌਰ ਸੰਧੂ, ਜੋ ਕਿ ਪਿਛਲੇ 5 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਅਤੇ ਕਿਸੇ ਵੀ ਖਿੱਤੇ ਦੇ ਕਿਸੇ ਵੀ ਕੰਟਰੀ ਦੇ ਜੋਗਰਾਫੀ ਨੂੰ ਸਮਝਣ ਲਈ ਮੈਨੂੰ ਲੱਗਦਾ 5 ਸਾਲ ਦਾ ਸਮਾਂ ਜਿਹੜਾ ਕਾਫੀ ਹੁੰਦਾ। ਉੱਥੋਂ ਦੇ ਲੋਕਾਂ ਦੇ ਰਵੱਈਏ ਨੂੰ ਸਮਝਣ ਲਈ, ਉੱਥੋਂ ਦੇ ਕਲਚਰ ਨੂੰ ਸਮਝਣ ਲਈ। ਸੋ ਅੱਜ ਅਸੀਂ ਉਹਨਾਂ ਤੋਂ ਉਹਨਾਂ ਦੇ ਪਰਸਨਲ ਐਕਸਪੀਰੀਐਂਸਿਸ ਜਾਣਾਂਗੇ। ਮਨਰੂਪ ਕੌਰ, ਤੁਹਾਡਾ ਸਵਾਗਤ ਹੈ ਅੱਜ ਦੇ ਸ਼ੋਅ 'ਚ। ਥੈਂਕ ਯੂ ਗਗਨਦੀਪ। ਸਭ ਤੋਂ ਪਹਿਲਾਂ ਅੰਦਾਜ਼ੇ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਵਿਊਅਰਸ ਨੂੰ ਮੈਂ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ। ਜੀ ਮਨਰੂਪ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਜ਼ਰੀਆ ਬਣਦਾ ਕੈਨੇਡਾ ਜਾਣ ਲਈ, ਫਲਾਈਟਸ ਦੀ ਕਰੰਟ ਸਿਚੁਏਸ਼ਨ ਕੀ ਹੈ? ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕੋਵਿਡ ਨੇ ਵਰਲਡ ਨੂੰ ਹਿੱਟ ਕੀਤਾ, ਉਸ ਕਰਕੇ ਜਿਹੜੀ ਐਵੀਏਸ਼ਨ ਇੰਡਸਟਰੀ ਸੀ ਟੋਟਲੀ ਸਟੈਂਡ ਸਟਿਲ 'ਤੇ ਸੀ। ਜਿਹੜੀਆਂ ਫਲਾਈਟਸ ਸੀਗੀਆਂ ਉਹ ਨੋਰਮਲੀ ਨਹੀਂ ਚੱਲ ਰਹੀਆਂ ਸੀ, ਜੇ ਚੱਲ ਵੀ ਰਹੀਆਂ ਸੀ ਤਾਂ ਇਨਡਾਇਰੈਕਟ ਫਲਾਈਟਸ ਸੀਗੀਆਂ ਜਿਹੜੀਆਂ। ਪਿਛਲੇ ਕੁਝ ਸਮਿਆਂ 'ਚ ਜਿਹੜੇ ਨੌਜਵਾਨ ਨੇ ਉਹ ਇਨਡਾਇਰੈਕਟ ਫਲਾਈਟਸ ਲੈ ਕੇ ਕੈਨੇਡਾ ਮੂਵ ਕੀਤੇ ਨੇ, ਜਿਵੇਂ ਕਿ ਵਾਇਆ ਮੈਕਸੀਕੋ ਜਾ ਰਹੇ ਸੀ, ਵਾਇਆ ਉੱਧਰ ਇਜਿਪਟ ਵੱਲੋਂ ਜਾ ਰਹੇ ਸੀ, ਅਤੇ ਵਾਇਆ ਉੱਧਰੋਂ ਮਾਲਦੀਵਸ ਵੱਲੋਂ ਵੀ ਜਾ ਰਹੇ ਸੀ। ਕੀ ਹੁਣ ਇਹ ਨੋਰਮਲਾਈਜ਼ ਹੋ ਚੁੱਕਿਆ, ਡਾਇਰੈਕਟ ਫਲਾਈਟ ਸ਼ੁਰੂ ਹੋ ਚੁੱਕੀਆਂ ਨੇ? ਗਗਨਦੀਪ, ਜਿਹੜਾ ਏਅਰ ਬਬਲ ਐਗਰੀਮੈਂਟ ਸੀਗਾ ਇੰਡੀਅਨ ਅਤੇ ਕੈਨੇਡੀਅਨ ਗਵਰਨਮੈਂਟ ਦਾ, ਉਹਦੇ ਹਿਸਾਬ ਨਾਲ ਡਾਇਰੈਕਟ ਫਲਾਈਟਸ ਜਿਹੜੀਆਂ ਨੇ ਹੁਣ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਉਹ ਕਾਫੀ ਦੇਰ ਤੋਂ ਆਪਰੇਟ ਕਰ ਰਹੀਆਂ ਨੇ। ਅਤੇ ਮੈਨੂੰ ਲੱਗਦਾ ਕਿ ਉਹ ਸੇਫੈਸਟ ਮੈਥਡ ਹੈ ਜੇ ਕੋਈ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾ ਰਿਹਾ ਹੈ, ਕਿਉਂਕਿ ਸਟੂਡੈਂਟ ਵੀਜ਼ਾ ਨੂੰ ਦੂਜੇ ਕੰਟਰੀਜ਼ ਤੋਂ ਟ੍ਰਾਂਜ਼ਿਟ ਕਰਨ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਐਕਸਟਰਾ ਰਿਕੁਆਇਰਮੈਂਟਸ ਹੈ ਉਹ ਫੇਸ ਕਰਨੀਆਂ ਪੈਂਦੀਆਂ, ਉਹਨਾਂ ਨੂੰ ਪੂਰਾ ਕਰਨਾ ਪੈਂਦਾ। ਆਲਦੋ ਜੇ ਆਪਾਂ ਕਹੀਏ ਕਿ ਜਿਹੜੀਆਂ ਡਾਇਰੈਕਟ ਫਲਾਈਟਸ ਹੈ ਉਹ ਇਸ ਟਾਈਮ ਬਹੁਤ ਕੋਸਟਲੀ ਨੇ, ਕਿਉਂਕਿ ਬਹੁਤ ਘੱਟ ਏਅਰ ਕੈਨੇਡਾ ਅਤੇ ਏਅਰ ਇੰਡੀਆ ਸਿਰਫ 2 ਹੀ ਕੈਰੀਅਰਸ ਨੇ ਜਿਹੜੇ ਇਹਨਾਂ ਨੂੰ ਆਪਰੇਟ ਕਰ ਰਹੇ ਨੇ ਇਸ ਟਾਈਮ ਡਾਇਰੈਕਟ ਫਲਾਈਟਸ ਨੂੰ, ਜਿਹਦੇ ਕਰਕੇ ਫਲਾਈਟਸ ਦੇ ਰੇਟ ਬਹੁਤ ਮਹਿੰਗੇ ਨੇ। ਬਟ ਹਾਂਜੀ, ਹੁਣ ਜਿਹੜਾ ਲੇਟੈਸਟ ਨਿਊਜ਼ ਆ ਰਹੀਆਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਡਿਫਰੈਂਟ ਕੰਟਰੀਜ਼ ਜਿਹੜੇ ਆ ਉਹ ਆਪਣੇ ਹੁਣ ਵੀਜ਼ਾ ਰਿਕੁਆਇਰਮੈਂਟਸ ਉਹਨਾਂ ਨੇ ਘਟਾਤੀਆਂ ਨੇ, ਅਤੇ ਉਹ ਕੈਨੇਡਾ ਵਾਸਤੇ ਟ੍ਰਾਂਜ਼ਿਟ ਇੰਡੀਅਨ ਸਿਟੀਜ਼ਨਸ ਨੂੰ, ਇੰਡੀਅਨ ਪਾਸਪੋਰਟ ਹੋਲਡਰਸ ਨੂੰ ਜਿਹੜਾ ਦੇ ਰਹੇ ਨੇ, ਜਿਹਦੇ ਵਿੱਚ ਹੁਣ ਰੀਸੈਂਟ ਓਪਨਿੰਗ ਜਿਹੜੀ ਆਈ ਹੈ ਦੁਬਈ ਰੂਟ ਦੀ ਆਈ ਹੈ। ਮਤਲਬ ਤੁਸੀਂ ਵਾਇਆ ਦੁਬਈ ਜਾ ਸਕਦੇ ਹੋ, ਤੁਸੀਂ ਵਾਇਆ ਦੋਹਾ ਜਾ ਸਕਦੇ ਹੋ, ਤੁਸੀਂ ਕੱਲ੍ਹ ਹੀ ਇੱਕ ਨਵੀਂ ਓਪਨਿੰਗ ਹੋਈ ਹੈ ਕਿ ਵਾਇਆ ਫਰੈਂਕਫਰਟ ਵੀ ਜਾਣਾ ਈਜ਼ੀ ਹੋ ਚੁੱਕਿਆ। ਫਰੈਂਕਫਰਟ ਰੂਟ ਜਿਹੜਾ ਪਿਛਲੇ 9 ਮਹੀਨਿਆਂ ਤੋਂ ਬੰਦ ਸੀ, ਜਿਹੜਾ ਕੱਲ੍ਹ ਓਪਨ ਕੀਤਾ, ਅਤੇ ਰਾਈਟ ਨਾਓ ਉਹਦੀਆਂ ਫਲਾਈਟਸ ਬਹੁਤ ਰੀਜ਼ਨੇਬਲ ਪ੍ਰਾਈਸ 'ਤੇ ਮਿਲ ਰਹੀਆਂ ਨੇ, ਜਿਹੜੀਆਂ ਅੱਗੇ ਵਧਣ ਦੇ ਬਹੁਤ ਸਾਰੇ ਚਾਂਸਿਸ ਨੇ, ਕਿਉਂਕਿ ਬਹੁਤ ਸਾਰੇ ਆਪਣੇ ਜਿਹੜੇ ਉੱਥੋਂ ਦੇ ਪਰਮਾਨੈਂਟ ਰੈਜ਼ੀਡੈਂਟਸ ਜਾਂ ਸਿਟੀਜ਼ਨਸ, ਇੰਡੀਅਨ ਸਿਟੀਜ਼ਨਸ ਨੇ, ਉਹ ਇੱਥੇ ਸਟੱਕ ਹੋਏ ਨੇ। ਜੀ, ਸੋ ਆਪਾਂ ਗੱਲ ਕੋਵਿਡ-19 ਦੀ ਗੱਲ ਕਰ ਰਹੇ ਸੀ, ਅਤੇ
ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪਿਛਲੇ 2 ਸਾਲਾਂ 'ਚ ਜਿਹੜਾ ਕੋਵਿਡ ਨੇ ਪੂਰੇ ਵਰਲਡ ਨੂੰ ਆਪਣੀ ਗ੍ਰਿਫਤ 'ਚ ਲੈ ਚੁੱਕਿਆ ਸੀ। ਇੰਡੀਆ ਵੀ ਨਹੀਂ ਬਚ ਸਕਿਆ, ਮੇਰੇ ਖਿਆਲ 'ਚ ਵਰਲਡ ਦੀ ਕੋਈ ਵੀ ਕੰਟਰੀ ਹੈ ਜਿਹੜੀ ਉਸ ਤੋਂ ਬਚ ਨਹੀਂ ਸਕੀ। ਅਤੇ ਕੈਨੇਡਾ ਵੀ ਮੈਨੂੰ ਲੱਗਦਾ ਕੋਈ ਐਕਸੈਪਸ਼ਨ ਨਹੀਂ ਹੋਣੀ, ਉੱਥੇ ਵੀ ਕਰੋਨਾ ਨੇ ਜਿਹੜਾ ਉਸੇ ਤਰ੍ਹਾਂ ਤਬਾਹੀ ਮਚਾਈ ਹੈ ਜਿਵੇਂ ਬਾਕੀ ਪਾਰਟਸ 'ਚ ਮਚਾਈ ਹੈ। ਕੈਨੇਡਾ ਦੇ ਵਿੱਚ ਹੁਣ ਸਿਚੁਏਸ਼ਨ ਨੋਰਮਲਾਈਜ਼ ਹੋਈ ਹੈ ਜਾਂ ਕੁਝ ਪ੍ਰੋਵਿੰਸ ਅਜੇ ਵੀ ਨੇ ਜਿੱਥੇ ਕਿ ਲੋਕਡਾਊਨ ਵਰਗੀ ਸਿਚੁਏਸ਼ਨ ਹੈ, ਅਤੇ ਉੱਥੇ ਜਿਹੜੇ ਰੋਜ਼ਾਨਾ ਕੋਵਿਡ ਨਾਲ ਅਫੈਕਟਡ ਮਰੀਜ਼ ਨੇ ਉਹਨਾਂ ਦੀ ਗਿਣਤੀ ਇਸ ਸਮੇਂ ਕੀ ਹੈ? ਜੀ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਗਗਨਦੀਪ ਕਿ ਕੋਵਿਡ ਨੇ ਸਾਰੇ ਸੰਸਾਰ ਦੇ ਵਿੱਚ ਹਾਹਾਕਾਰ ਮਚਾਈ ਰੱਖੀ, ਜਿਹਦੇ ਕਰਕੇ ਬਹੁਤ ਸਾਰੇ ਬਿਜ਼ਨਸ ਕੰਮ ਹਰ ਚੀਜ਼ ਠੱਪ ਰਹੀ ਅਤੇ ਉਹਨੇ ਲੋਕਾਂ ਦੀ ਜਿਹੜੀ ਨੋਰਮਲ ਲਾਈਫ ਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ। ਜੇ ਹੁਣ ਦੀ ਗੱਲ ਕਰੀ ਜਾਵੇ ਤਾਂ ਅੱਜ ਤੋਂ 20-25 ਦਿਨ ਪਹਿਲਾਂ ਜਿਹੜਾ ਓਮਿਕਰੋਨ ਜਿਹੜਾ ਇਹਨਾਂ ਦਾ ਵੇਰੀਐਂਟ ਚੱਲ ਰਿਹਾ ਸੀ, ਬਿਲਕੁਲ ਉਹਦੇ ਕਰਕੇ ਰੌਲਾ ਬਹੁਤ ਪਿਆ ਸੀ ਅਤੇ ਇੱਕ ਵਾਰੀ ਫੇਰ ਲੋਕਡਾਊਨ ਹੋਇਆ ਸੀ ਓਨਟਾਰੀਓ ਦੇ ਵਿੱਚ ਅਤੇ ਹੋਰ ਪ੍ਰੋਵਿੰਸਿਸ ਦੇ ਵਿੱਚ ਵੀ। ਬਟ ਰੀਸੈਂਟਲੀ ਕੁਛ ਕੁ ਦਿਨ ਪਹਿਲਾਂ ਦੀ ਖਬਰ ਇਹ ਆਈ ਹੈ ਕਿ ਹੁਣ ਦੁਬਾਰਾ ਸਾਰੀਆਂ ਚੀਜ਼ਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਨੇ। ਜਿਵੇਂ ਰੈਸਟੋਰੈਂਟਸ ਦਾ ਡਾਈਨ ਇਨ ਬੰਦ ਕਰਤਾ ਸੀ ਤਾਂ ਡਾਈਨ ਇਨ 50% ਕਪੈਸਿਟੀ 'ਤੇ ਆਪਰੇਟ ਕਰਨਾ ਸ਼ੁਰੂ ਕਰਤਾ। ਜਿਮ ਸੀਗੇ ਉਹਨਾਂ ਨੂੰ ਵੀ 50% ਕਪੈਸਿਟੀ 'ਤੇ ਆਪਰੇਟ ਕਰਨਾ ਸ਼ੁਰੂ ਕਰਤਾ। ਅਤੇ ਜਿਵੇਂ ਜਿਵੇਂ ਹੁਣ ਰਿਸਟ੍ਰਿਕਸ਼ਨਜ਼ ਈਜ਼ ਹੋ ਰਹੀਆਂ ਨੇ, ਦੂਜੇ ਕੰਟਰੀਜ਼ ਖੁੱਲ੍ਹ ਰਹੇ ਨੇ, ਮੈਨੂੰ ਲੱਗਦਾ ਛੇਤੀ ਹੀ ਸਭ ਕੁਛ ਨੋਰਮਲ ਹੋ ਜਾਊਗਾ ਅਤੇ ਹਰ ਚੀਜ਼ ਆਪਣੀ ਨੋਰਮਲ ਲੈ ਜਾ ਕੇ ਸ਼ੁਰੂ ਹੋ ਜਾਊਗੀ, ਬਿਜ਼ਨਸ ਆਪਰੇਟ ਹੋਣੇ ਸ਼ੁਰੂ ਹੋ ਜਾਣਗੇ। ਹੁਣ ਤੱਕ ਆਪਾਂ ਫਲਾਈਟਸ 'ਤੇ ਕਰੋਨਾ ਦੀ ਕਰੰਟ ਸਿਚੁਏਸ਼ਨ ਦੀ ਗੱਲ ਕੀਤੀ। ਮੰਨ ਲਓ ਕੋਈ ਸਟੂਡੈਂਟ ਨੇ ਕੈਨੇਡਾ ਜਾਣਾ ਹੈ ਔਰ ਪਹੁੰਚ ਵੀ ਗਿਆ, ਉਹ ਉੱਥੇ ਜਾ ਕੇ ਉਹਨੂੰ ਵਰਕ ਲੱਭਣ 'ਚ ਜਾਂ ਅਕੋਮੋਡੇਸ਼ਨ ਲੱਭਣ 'ਚ ਕੀ ਪ੍ਰੋਬਲਮਸ ਆਉਂਦੀਆਂ ਨੇ? ਜ਼ਿਆਦਾਤਰ ਤਾਂ ਜਿਹੜੇ ਪੰਜਾਬੀ ਮੁੰਡੇ ਹੁੰਦੇ ਨੇ ਉਹਨਾਂ ਦੇ ਰਿਲੇਟਿਵਸ ਉੱਥੇ ਹੁੰਦੇ ਨੇ, ਉਹ ਈਜ਼ੀਲੀ ਉਹਨਾਂ ਨੂੰ ਅਕੋਮੋਡੇਸ਼ਨ ਜਾਂ ਵਰਕ ਪ੍ਰੋਵਾਈਡ ਕਰ ਦਿੰਦੇ ਨੇ। ਪਰ ਜਿਹੜਾ ਨਵਾਂ ਬੰਦਾ ਜਾ ਰਿਹਾ ਜਾਂ ਨਵਾਂ ਸਟੂਡੈਂਟ ਜਾ ਰਿਹਾ, ਉਹਦੇ ਲਈ ਅਕੋਮੋਡੇਸ਼ਨ ਅਤੇ ਵਰਕ ਲੱਭਣਾ ਕਿੰਨਾ ਕੁ ਔਖਾ ਹੈ? ਗਗਨਦੀਪ ਬਹੁਤ ਵਧੀਆ ਸਵਾਲ ਹੈ ਇਹ, ਅਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਰੂਰੀ ਸਵਾਲ ਵੀ ਹੈ। ਅਕੋਮੋਡੇਸ਼ਨ ਲੱਭਣਾ ਸਭ ਤੋਂ ਪਹਿਲਾਂ ਜਾ ਕੇ ਆਪਾਂ ਨੂੰ ਚਿੰਤਾ ਰਹਿਣ ਦੀ ਹੀ ਹੁੰਦੀ ਹੈ। ਸੋ ਅਕੋਮੋਡੇਸ਼ਨ ਲੱਭਣ ਵਾਸਤੇ ਜਿੱਥੇ ਆਪਣੇ ਦੋਸਤ ਮਿੱਤਰ ਹੈਲਪ ਕਰਦੇ ਨੇ, ਅੱਜ ਕੱਲ੍ਹ ਬਹੁਤ ਸਾਰਿਆਂ ਦੇ ਦੋਸਤ ਗਏ ਹੋਏ ਨੇ, ਉਹ ਸਟਾਰਟਿੰਗ ਦੇ ਵਿੱਚ ਆਪਣੇ ਨਾਲ ਰੱਖ ਲੈਂਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਕੋਈ ਵੀ ਸਟੂਡੈਂਟ ਜਾਂ ਵਰਕ ਪਰਮਿਟ 'ਤੇ ਜਾਂਦਾ ਹੈ ਜਾਂ ਜਿਵੇਂ ਵੀ ਕੋਈ ਵੀ ਇਨਸਾਨ ਪਹੁੰਚਦਾ, ਉਹ ਜਾ ਕੇ ਆਪਣੀ ਅਕੋਮੋਡੇਸ਼ਨ ਲੱਭ ਲੈਂਦਾ। ਉਹਦੇ ਵਾਸਤੇ ਵੱਖ-ਵੱਖ ਸਾਈਟਸ ਨੇ, ਜਿਵੇਂ ਕਿ ਕੀਜੀਜੀ, ਆਪਾਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਵੀ ਕਰ ਦਾਂਗੇ ਇਹਨਾਂ ਸਾਈਟਸ ਬਾਰੇ। ਕੀਜੀਜੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਜਿਹਨੇ ਵੀ ਘਰ ਨੂੰ ਰੈਂਟ 'ਤੇ ਦੇਣਾ ਉਹ ਆਪਣੀ ਐਡ ਪਾ ਦਿੰਦਾ। ਤੁਸੀਂ ਜਾ ਕੇ ਉੱਥੇ ਆਪਣਾ ਏਰੀਆ ਸਿਲੈਕਟ ਕਰ ਸਕਦੇ ਹੋ ਕਿ ਅਸੀਂ ਬਰੈਂਪਟਨ ਏਰੀਆ ਦੇ ਵਿੱਚ ਰਹਿਣਾ ਹੈ, ਸਕਾਰਬਰੋ ਏਰੀਆ ਦੇ ਵਿੱਚ ਰਹਿਣਾ ਹੈ, ਜਾਂ ਜਿਹੜੇ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਜਾਓਗੇ ਉਸ ਏਰੀਏ ਨੂੰ ਸਿਲੈਕਟ ਕਰ ਸਕਦਾ ਅਤੇ ਉਹਦੇ ਵਿੱਚ ਤੁਹਾਨੂੰ ਲਿਸਟ ਨਿਕਲ ਆਊਗੀ ਜਿਹਨੇ ਜਿਹਨੇ ਆਪਣੀ ਐਡ ਪਾਈ ਹੋਊਗੀ। ਕਿਸੇ ਟਾਈਮ ਕਿਸੇ ਨੇ ਆਪਣਾ ਕੰਟੈਕਟ ਨੰਬਰ ਛੱਡਿਆ ਹੁੰਦਾ, ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਜਾਂ ਟੈਕਸਟ ਕਰ ਸਕਦੇ ਹੋ, ਜਿਵੇਂ ਵੀ ਅਗਲੇ ਨੇ ਆਪਦੀ ਰਿਕੁਆਇਰਮੈਂਟ ਮੈਂਸ਼ਨ ਕੀਤੀ ਹੁੰਦੀ ਹੈ, ਜਾਂ ਫਿਰ ਉਹਦੇ ਉੱਤੇ ਮੈਸੇਜ ਈਮੇਲ ਕਰਨ ਦਾ ਆਪਸ਼ਨ ਹੁੰਦਾ ਤਾਂ ਤੁਸੀਂ ਉਹਨਾਂ ਨੂੰ ਡਾਇਰੈਕਟ ਈਮੇਲ ਪਾ ਸਕਦੇ ਹੋ। ਕੀਜੀਜੀ ਦੇ ਨਾਲ ਨਾਲ ਫੇਸਬੁੱਕ ਮਾਰਕੀਟ ਪਲੇਸ ਵੀ ਐਸੀ ਸਾਈਟ ਹੈ ਜਿੱਥੇ ਬਹੁਤ ਸਾਰੇ ਹੋਮ ਓਨਰਸ ਜਿਹੜੀਆਂ ਆਪਣੀਆਂ ਐਡਸ ਨੇ ਉਹ ਪੋਸਟ ਕਰ ਦਿੰਦੇ ਨੇ, ਅਤੇ ਉਹਦੇ ਵਿੱਚ ਇੱਕ ਬਹੁਤ ਹੀ ਅੱਛਾ ਆਪਸ਼ਨ ਹੈ ਜਿਹਦੇ ਨਾਲ ਆਪਣਾ ਰੇਡੀਅਸ ਆਪਾਂ ਜਿਹੜੇ ਵੀ ਘਰ ਨੂੰ ਲੱਭ ਰਹੇ ਹਾਂ, ਜਿਸ ਏਰੀਆ ਦੇ ਵਿੱਚ ਲੱਭ ਰਹੇ ਹਾਂ, ਉਹ ਆਪਾਂ ਘਟਾ ਵਧਾ ਸਕਦੇ ਹਾਂ। ਫੋਰ ਐਗਜ਼ਾਮਪਲ ਅਗਰ ਆਪਾਂ 5 ਕਿਲੋਮੀਟਰ ਜਾਂ 10 ਕਿਲੋਮੀਟਰ ਦੇ ਦਾਇਰੇ 'ਚ ਹੀ ਲੱਭ ਰਹੇ ਹਾਂ ਤਾਂ ਆਪਾਂ ਉਹ ਆਪਸ਼ਨ ਨੂੰ ਚੂਜ਼ ਕਰਕੇ ਉਹ ਰੇਡੀਅਸ ਨੂੰ ਘਟਾ ਕੇ ਉਸੇ ਏਰੀਏ ਦੇ ਘਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਅਤੇ ਆਪਾਂ ਇੰਸਟੈਂਟਲੀ ਉਹਨਾਂ ਨੂੰ ਮੈਸੇਜ ਸੈਂਡ ਕਰ ਦਿੰਦੇ ਹਾਂ ਜਿਹੜਾ ਉਹਨਾਂ ਨੂੰ ਮੈਸੇਂਜਰ 'ਤੇ ਚਲੇ ਜਾਂਦਾ, ਅਤੇ ਉਸ ਹਿਸਾਬ ਨਾਲ ਆਪਾਂ ਨੂੰ ਰਿਪਲਾਈ ਆ। ਮਨਰੂਪ, ਹੁਣ ਆਪਾਂ ਗੱਲ ਕਰਦੇ ਹਾਂ ਪਰ ਆਰ ਵੇਜਿਸ ਦੀ। ਕੀ ਕੈਨੇਡਾ ਦੇ ਵਿੱਚ ਜਿੰਨੇ ਪ੍ਰੋਵਿੰਸਿਸ ਨੇ ਉੱਥੇ ਅਲੱਗ-ਅਲੱਗ ਸਟਰਕਚਰ ਹੈ ਪਰ ਆਰ ਵੇਜਿਸ ਦਾ, ਜਾਂ ਪੂਰੇ ਕੈਨੇਡਾ ਦੇ ਵਿੱਚ ਇੱਕੋ ਹੀ ਸਟਰਕਚਰ ਹੈ ਜੋ ਐਮਪਲੋਇਰ ਪੇ ਕਰੂਗਾ ਲੇਬਰ ਨੂੰ? ਇਹ ਵੀ ਕਈ ਵਾਰ ਦੇਖਣ ਨੂੰ ਮਿਲਿਆ ਕਿ ਜਿਹੜਾ ਐਮਪਲੋਇਰ ਹੁੰਦਾ ਉਹ ਕਾਫੀ ਜ਼ਿਆਦਾ ਹਰਾਸ ਕਰਦਾ ਹੈ ਲੇਬਰ ਨੂੰ ਜਾਂ ਸਟੂਡੈਂਟਸ ਨੂੰ ਕਿ ਜਿੰਨੇ ਡਾਲਰ ਮੈਂ ਤੈਨੂੰ ਦੇ ਰਿਹਾ ਹੱਸ ਕੇ ਲੈ ਲੈ, ਅਦਰਵਾਈਜ਼ ਤੇਰੀ ਸ਼ਿਕਾਇਤ ਕਰ ਦਾਂਗੇ ਅਤੇ ਤੂੰ ਡਿਪੋਰਟ ਵੀ ਹੋ ਸਕਦਾ ਹੈ। ਤੁਹਾਡੇ ਜ਼ਹਿਨ 'ਚ ਕੋਈ ਅਜਿਹਾ ਕਿੱਸਾ ਹੋਵੇ? ਜੀ ਗਗਨਦੀਪ, ਜੇ ਗੱਲ ਕਰੀਏ ਵੇਜ ਰੇਟ ਦੀ ਤਾਂ ਹਰੇਕ ਪ੍ਰੋਵਿੰਸ ਟੂ ਪ੍ਰੋਵਿੰਸ ਉਹ ਵੇਰੀ ਕਰਦਾ। ਪ੍ਰੋਵਿੰਸ਼ੀਅਲ ਗਵਰਨਮੈਂਟ ਉਹਨੂੰ ਟਾਈਮ ਟੂ ਟਾਈਮ ਰਿਵਾਈਜ਼ ਕਰਦੀ ਰਹਿੰਦੀ ਹੈ ਵੇਜ ਰੇਟ ਨੂੰ। ਜਿਵੇਂ ਐਗਜ਼ਾਮਪਲ ਲਈ ਜਾਵੇ, ਇਸ ਟਾਈਮ ਓਨਟਾਰੀਓ ਦੇ ਵਿੱਚ ਵੇਜ ਰੇਟ $15 ਹੈ, ਜਿਹੜਾ ਕਿ ਪਿੱਛੇ ਜਿਹੇ ਹੀ ਰਿਵਾਈਜ਼ ਹੋਇਆ ਸੀਗਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੰਪਲੋਇਰਸ ਦੀ ਕਿ ਇੰਪਲੋਇਰਸ ਹਰਾਸ ਕਰਦੇ ਨੇ, ਜੀ ਹਾਂ, ਬਹੁਤ ਸਾਰੇ ਐਸੇ ਇੰਪਲੋਇਰਸ ਹੈਗੇ ਨੇ ਜਿਹੜੇ ਹਰਾਸ ਕਰਦੇ ਨੇ, ਚੰਗੇ ਵੀ ਬਹੁਤ ਸਾਰੇ ਨੇ, ਬਟ ਉਹਦੇ ਨਾਲ ਨਾਲ ਜਿਵੇਂ ਸੁਸਾਇਟੀ ਦੇ ਵਿੱਚ ਮਾੜੇ ਅਤੇ ਚੰਗਾ ਨਾਲ ਨਾਲ ਚੱਲਦਾ, ਉਸੇ ਹਿਸਾਬ ਨਾਲ ਬਹੁਤ ਸਾਰੇ ਐਸੇ ਇੰਪਲੋਇਰਸ ਨੇ ਜਿਹੜੇ ਆਪਣੇ ਵਰਕਰਸ ਨੂੰ ਹਰਾਸ ਕਰਦੇ ਨੇ। ਜੇ ਗੱਲ ਕਰੀਏ ਜਿਹੜੇ ਆਥੋਰਾਈਜ਼ਡ 20 ਆਵਰਸ ਨੇ, ਜੇ ਉਹੀ ਆਥੋਰਾਈਜ਼ਡ 20 ਆਵਰਸ ਕੋਈ ਵੀ ਸਟੂਡੈਂਟ ਕੰਮ ਕਰਦਾ ਆਫੀਸ਼ੀਅਲੀ ਤਾਂ ਉਹ ਮੈਂਡੇਟਰੀ ਹੈ ਕਿ ਉਹ ਮਿਨੀਮਮ ਵੇਜ ਜਿਹੜੀ ਉਹਨਾਂ ਨੂੰ ਪੇ ਕਰਨਗੇ ਹੀ ਕਰਨਗੇ, ਜਿਹੜੀ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਸੈੱਟ ਕੀਤੀ ਹੋਈ ਹੈ।
ਬਟ ਬਹੁਤ ਵਾਰੀ ਐਵੇਂ ਹੁੰਦਾ ਹੈ ਕਿ ਆਪਣੇ ਸਟੂਡੈਂਟਸ ਫੀਸਾਂ ਕੱਢਣ ਵਾਸਤੇ ਵੱਧ ਕੰਮ ਕਰਦੇ ਨੇ ਜਾਂ ਆਪਣੇ ਕੋਈ ਵੀ ਖਰਚੇ ਚਲਾਉਣ ਲਈ ਵੱਧ ਕੰਮ ਕਰਦੇ ਨੇ, ਤਾਂ ਉਸ ਟਾਈਮ ਜਿਹੜੇ ਇੰਪਲੋਇਰਸ ਹੁੰਦੇ ਨੇ ਉਹ ਉਸ ਸਿਚੁਏਸ਼ਨ 'ਚ ਆ ਜਾਂਦੇ ਨੇ ਜਿਨ੍ਹਾਂ 'ਚ ਉਹਨਾਂ ਦਾ ਅੱਪਰ ਹੈਂਡ ਹੁੰਦਾ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਟੂਡੈਂਟ ਹੈ, ਇਹਨੂੰ ਅਲਾਉਡ ਜਿਹੜੇ 20 ਘੰਟੇ ਨੇ ਕੰਮ ਕਰਨੇ, ਅਤੇ ਇਸ ਟਾਈਮ ਇਹ ਮੇਰੇ ਕੋਲ 30 35 ਜਾਂ 40 ਘੰਟੇ ਜਾਂ ਜਿੰਨੇ ਵੀ ਘੰਟੇ ਕੰਮ ਕਰ ਰਿਹਾ, ਤਾਂ ਉਸ ਟਾਈਮ ਉਹ ਹਰਾਸਮੈਂਟ ਵਾਲੀ ਸਿਚੁਏਸ਼ਨ ਆਉਂਦੀ ਹੈ ਕਿ ਉਹ ਜਿਹੜੇ ਆਪਣੇ ਇੰਪਲੋਈਜ਼ ਹੈ ਉਹਨਾਂ ਨੂੰ ਇੱਕ ਤਾਂ ਵੇਜ ਰੇਟ ਪ੍ਰੋਪਰ ਨਹੀਂ ਦਿੰਦਾ, ਜਿਹੜੀ ਮਿਨੀਮਮ ਵੇਜ ਆ ਉਦੋਂ ਘੱਟ ਪੈਸੇ ਪੇ ਕਰਦਾ, ਜਾਂ ਬਹੁਤ ਵਾਰੀ ਉਹਦੇ ਪੈਸੇ ਰੱਖ ਜਾਂਦਾ, ਪੇ ਹੀ ਨਹੀਂ ਉਹਨੂੰ ਕਰਦਾ। ਐਸੇ ਬਹੁਤ ਸਾਰੇ ਕਿੱਸੇ ਮੈਂ ਸੁਣੇ ਵੀ ਨੇ, ਮੇਰੇ ਫਰੈਂਡ ਸਰਕਲ ਜਾਂ ਮੇਰੇ ਰਿਸ਼ਤੇਦਾਰੀ ਦੇ ਵਿੱਚ ਹੋਏ ਵੀ ਨੇ। ਮੇਰੇ ਆਪਦੇ ਕਜ਼ਨ ਦੇ ਨਾਲ ਐਵੇਂ ਹੋਇਆ ਕਿ ਉਸਦੇ ਇੰਪਲੋਇਰ ਨੇ, ਹਾਲਾਂਕਿ ਉਹ ਜਾਣ ਪਛਾਣ ਦਾ ਬੰਦਾ ਸੀਗਾ, ਉਹਦੇ ਘਰਦਿਆਂ ਨੂੰ ਜਾਣਦਾ ਵੀ ਸੀਗਾ, ਉਹਨੇ ਉਹਦੇ ਆਲਮੋਸਟ $3000 ਜਿਹੜੇ ਆ ਉਹ ਰੱਖ ਲਏ, ਨਹੀਂ ਉਹਨੂੰ ਪੇ ਕੀਤੇ, ਉਹਦੇ ਬਹੁਤ ਵਾਰੀ ਕਹਿਣ 'ਤੇ ਜਾਂ ਗੇੜਾ ਮਾਰਨ 'ਤੇ ਵੀ। ਬਟ ਜੇ ਇਸ ਗੱਲ ਦੀ ਹੁਣ ਗੱਲ ਕੀਤੀ ਜਾਵੇ ਕਿ ਇਹ ਚੀਜ਼ ਵਧੀ, ਜਿਹਦੇ ਕਰਕੇ ਬਹੁਤ ਸਾਰੀ ਜਿਹੜੇ ਪੁਰਾਣੇ ਸਟੂਡੈਂਟ ਸੀ ਜਿਹੜੇ ਹੁਣ ਵਰਕ ਪਰਮਿਟ 'ਤੇ ਜਾਂ ਰੈਜ਼ੀਡੈਂਟਸ ਹੋ ਚੁੱਕੇ ਨੇ, ਉਹ ਅਵੇਅਰ ਹੋਏ ਨੇ। ਸੋ ਹੁਣ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਐਸੇ ਪੇਜਸ ਹੈਗੇ ਨੇ ਜਿਨ੍ਹਾਂ ਨੂੰ ਜਾ ਕੇ ਆਪਾਂ ਜਿੱਥੇ ਸੰਪਰਕ ਕਰ ਸਕਦੇ ਹਾਂ। ਜੇ ਕਿਸੇ ਸਟੂਡੈਂਟ ਨਾਲ ਐਵੇਂ ਹੋ ਰਿਹਾ ਕਿ ਉਹਨੂੰ ਉਹਦਾ ਇੰਪਲੋਇਰ ਹਰਾਸ ਕਰ ਰਿਹਾ ਜਾਂ ਉਹਦੇ ਪੈਸੇ ਨਹੀਂ ਦੇ ਰਿਹਾ, ਤਾਂ ਉਹਨਾਂ ਨੂੰ ਕਨੈਕਟ ਕਰ ਸਕਦਾ ਅਤੇ ਉਹ ਅੱਗੇ ਉਸ ਸਟੂਡੈਂਟ ਦੀ ਜਾਂ ਉਸ ਵਰਕਰ ਦੀ ਜਿਹੜੀ ਆ ਉਹ ਹੈਲਪ ਕਰਦੇ ਨੇ। ਪਿੱਛੇ ਜੇ ਬਹੁਤ ਸਾਰੀਆਂ ਐਗਜ਼ਾਮਪਲਸ ਹੋਈਆਂ ਨੇ ਜਿੱਥੇ ਇਹਨਾਂ ਯੂਨੀਅਨਸ ਨੇ, ਜੇ ਆਪਾਂ ਇਹਨਾਂ ਨੂੰ ਯੂਨੀਅਨ ਹੀ ਕਹਿ ਲਈਏ, ਕਿ ਇਹ ਯੂਨੀਅਨਸ ਨੇ ਉਹ ਇੰਪਲੋਇਰਸ ਦੇ ਦਫ਼ਤਰਾਂ ਮੂਹਰੇ ਜਾਂ ਸ਼ਾਪਸ ਮੂਹਰੇ ਜੋ ਵੀ ਨੇ ਉਹਨਾਂ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਕਿ ਤੁਸੀਂ ਆਪਦੇ ਇੰਪਲੋਈਜ਼ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਦਿੱਤਾ। ਲੈਂਗੁਏਜ ਬਾਰੇ ਇਹ ਕਿਹਾ ਜਾਂਦਾ ਹੈ, ਇਟ ਇਜ਼ ਅ ਵਿੰਡੋ ਆਫ ਓਪਰਚੁਨਿਟੀਜ਼, ਦ ਮੋਰ ਲੈਂਗੁਏਜਿਸ ਯੂ ਨੋ ਦ ਮੋਰ ਇਟ ਵਿਲ ਬੀ ਈਜ਼ੀਅਰ ਫॉर ਯੂ ਟੂ ਸਰਵਾਈਵ ਇਨ ਫੋਰਨ ਲੈਂਡ। ਲੈਂਗੁਏਜ ਇੱਕ ਅਜਿਹਾ ਆਧਾਰ ਹੈ, ਜਿੰਨੀਆਂ ਜ਼ਿਆਦਾ ਤੁਹਾਨੂੰ ਆਉਂਦੀਆਂ ਨੇ ਉਹਨਾਂ ਤੁਹਾਡੇ ਲਈ ਓਪਰਚੁਨਿਟੀਜ਼ ਦੇ ਜਿਹੜੇ ਰਾਹ ਨੇ ਉਹ ਖੁੱਲ੍ਹਦੇ ਨੇ, ਅਤੇ ਵਿਦੇਸ਼ੀ ਸਰਜ਼ਮੀਂ 'ਤੇ ਤੁਹਾਡੇ ਲਈ ਗੁਜ਼ਾਰਾ ਕਰਨਾ ਸੌਖਾ ਹੋ ਜਾਂਦਾ। ਅਤੇ ਜਿਹੜਾ ਆਇਲਟਸ ਦਾ ਐਗਜ਼ਾਮ ਹੈ ਵੈਸੇ ਤਾਂ ਮੈਂਡੇਟਰੀ ਹੈ ਕੈਨੇਡਾ 'ਚ ਮੂਵ ਕਰਨ ਲਈ, ਸਟੂਡੈਂਟਸ ਲਈ ਵੀ ਅਤੇ ਵਰਕਰਸ ਲਈ ਵੀ, ਪਰ ਓਵਰ ਦਾ ਪੀਰੀਅਡ ਆਫ ਟਾਈਮ ਜਿਹੜਾ ਆਇਲਟਸ ਦਾ ਐਗਜ਼ਾਮ ਹੈ ਉਹਨੇ ਥੋੜ੍ਹੀ ਬਹੁਤੀ ਕ੍ਰੈਡੀਬਿਲਿਟੀ ਮੈਨੂੰ ਲੱਗਦਾ ਸਮੇਂ ਨਾਲ ਗਵਾਈ ਹੈ। ਹੁਣ ਅੱਜ ਦੀ ਤਰੀਕ ਦੇ ਵਿੱਚ ਜੇ ਕੋਈ ਤੁਹਾਡੇ ਕੋਲ ਪੈਸੇ ਨੇ ਤਾਂ ਤੁਸੀਂ ਮਨਚਾਹਾ ਬੈਂਡ ਸਕੋਰ ਅਚੀਵ ਕਰ ਸਕਦੇ ਹੋ। ਅਜਿਹੇ ਕੇਸ ਦੇ ਵਿੱਚ ਜਿਹੜਾ ਸਟੂਡੈਂਟ ਪੈਸੇ ਲਾ ਕੇ ਸਕੋਰ ਅਚੀਵ ਕਰਕੇ ਕੈਨੇਡਾ ਜਾ ਰਿਹਾ ਹੈ, ਉਹਦੇ ਲਈ ਅੱਗੇ ਜਾ ਕੇ ਫਿਊਚਰ 'ਚ ਕੀ ਬੈਰੀਅਰਸ ਨੇ, ਕੀ ਉਹਦੇ ਲਈ ਕਮਿਊਨੀਕੇਟ ਕਰਨਾ ਕੈਨੇਡਾ ਦੇ ਨੇਟਿਵ ਪੀਪਲ ਨਾਲ ਸੌਖਾ ਹੁੰਦਾ ਹੈ ਜਾਂ ਔਖਾ ਹੁੰਦਾ ਹੈ? ਗਗਨਦੀਪ, ਜੇ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਅਬਾਊਟ ਦ ਲੈਂਗੁਏਜ, ਇਹ ਬਿਲਕੁਲ ਸਹੀ ਚੀਜ਼ ਹੈ। ਅਤੇ ਜਿਵੇਂ ਕਿ ਆਇਲਸ ਜਿਹੜਾ ਲੋਕਾਂ ਦੀ ਹੋੜ ਐਕਚੁਅਲੀ ਇੰਨੀ ਜ਼ਿਆਦਾ ਹੋ ਚੁੱਕੀ ਹੈ, ਉਹਨਾਂ ਨੂੰ ਐਵੇਂ ਹੈ ਵੀ ਕਿਸੇ ਵੀ ਤਰੀਕੇ ਹੁੱਕ ਔਰ ਬਾਈ ਕਰੁਕ ਦੇ ਸ਼ੁੱਡ ਰੀਚ ਟੂ ਕੈਨੇਡਾ। ਠੀਕ ਹੈ, ਉਸੇ ਤਰੀਕੇ ਨਾਲ ਉਹਨਾਂ ਨੂੰ ਬਾਹਰ ਜਾਣ ਦੀ ਇੰਨੀ ਜ਼ਿਆਦਾ ਕਿਉਰਿਓਸਿਟੀ ਹੋ ਚੁੱਕੀ ਹੈ ਕਿ ਉਹ ਆਪਣਾ ਫਿਊਚਰ ਨਹੀਂ ਦੇਖ ਪਾ ਰਹੇ ਉਸ ਚੀਜ਼ ਦੇ ਵਿੱਚ ਕਿ ਹਾਂਜੀ ਅੱਜ ਆਪਾਂ ਆਇਲਸ ਦੇ ਬੈਂਡਸ ਜਿਹੜੇ ਆ ਉਹ ਧੱਕੇ ਨਾਲ ਤਾਂ ਲੈ ਲਾਂਗੇ, ਪੈਸੇ ਦੇ ਕੇ ਤਾਂ ਲੈ ਲਾਂਗੇ, ਪਰ ਜਿਹੜੇ ਦੇਸ਼ ਵਿੱਚ ਜਾ ਰਹੇ ਆ ਉਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਇੰਗਲਿਸ਼ ਜਾਂ ਫਰੈਂਚ ਹੈ ਜੀ। ਤਾਂ ਜਿਵੇਂ ਕਿਊਬੈਕ ਦੀ ਗੱਲ ਕਰੀਏ, ਹੋਰ ਸਾਰੇ ਕੈਨੇਡਾ ਵਿੱਚ ਫਰਸਟ ਲੈਂਗੁਏਜ ਇੰਗਲਿਸ਼ ਹੈ, ਬਟ ਕਿਊਬੈਕ ਦੀ ਫਰਸਟ ਲੈਂਗੁਏਜ ਫਰੈਂਚ ਹੈ। ਸੋ ਤੁਹਾਨੂੰ ਇਹ ਦੋਨਾਂ ਭਾਸ਼ਾ 'ਚੋਂ ਕੋਈ ਭਾਸ਼ਾ ਤਾਂ ਆਉਣੀ ਚਾਹੀਦੀ ਹੈ ਉੱਥੇ ਸਰਵਾਈਵ ਕਰਨ ਲਈ। ਹਾਂਜੀ, ਤੁਸੀਂ ਨਹੀਂ ਲੈ ਕੇ ਜਾ ਰਹੇ, ਤੁਸੀਂ ਆਇਲਸ ਦੇ ਬੈਂਡਸ ਖਰੀਦ ਲਏ ਕਿਸੇ ਤੋਂ, ਅਤੇ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਅਸੀਂ ਉੱਥੇ ਸਰਵਾਈਵ ਕਰਨਾ, ਤੁਸੀਂ ਸਰਵਾਈਵ ਕਰ ਜਾਓਗੇ, ਤੁਸੀਂ ਐਸੀ ਥਾਂ 'ਤੇ ਹੀ ਸਰਵਾਈਵ ਕਰੋਗੇ ਫਿਰ ਜਿੱਥੇ ਤੁਹਾਡੀ ਭਾਸ਼ਾ ਦੇ ਲੋਕ ਹੈ। ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਹਾਂਜੀ, ਆਪਣੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਸੇ ਏਰੀਆ ਨੇ ਜਿੱਥੇ ਪੰਜਾਬੀ ਹੀ ਪ੍ਰਧਾਨ ਨੇ, ਉੱਥੇ ਬਹੁਤ ਸਾਰੀ ਪਾਪੂਲੇਸ਼ਨ ਸਿਰਫ ਪੰਜਾਬੀਆਂ ਦੀ ਹੈ। ਸਰੀ ਦੀ ਗੱਲ ਕਰੀਏ, ਬਰੈਂਪਟਨ ਦੀ ਗੱਲ ਕਰੀਏ ਜਾਂ ਕੈਲਗਰੀ ਦੀ ਗੱਲ ਕਰੀਏ, ਉੱਥੇ ਬਹੁਤ ਸਾਰੇ ਪੰਜਾਬੀ ਹੀ ਨੇ। ਅਤੇ ਇਨਫੈਕਟ ਬਰੈਂਪਟਨ ਨੂੰ ਤਾਂ ਬੀ ਟਾਊਨ ਵੀ ਕਹਿਣਾ ਸ਼ੁਰੂ ਕਰਤਾ, ਬਰਾਊਨ ਟਾਊਨ, ਮਤਲਬ ਆਪਣੇ ਲੋਕ ਜਿਹੜੇ ਬਰਾਊਨ ਪਾਪੂਲੇਸ਼ਨ ਹੋਣ ਕਰਕੇ ਉਹਨਾਂ ਨੂੰ ਬੀ ਟਾਊਨ ਕਹਿੰਦੇ ਨੇ। ਸੋ ਉੱਥੇ ਸਰਵਾਈਵ ਕਰ ਜਾਂਦੇ ਨੇ, ਉੱਥੇ ਲੋੜ ਨਹੀਂ ਪੈਂਦੀ ਇੰਗਲਿਸ਼ ਦੀ, ਕਿਉਂਕਿ ਜਿੰਨੇ ਵੀ ਸਟੋਰਸ ਨੇ ਉਹ ਸਾਡੇ ਪੰਜਾਬੀਆਂ ਨੇ ਲਏ ਹੋਏ ਨੇ, ਜਿੰਨੇ ਉੱਥੇ ਕਿੱਤੇ ਨੇ ਉਹਨਾਂ ਨੂੰ ਓਨ ਸਾਡੇ ਪੰਜਾਬੀ ਕਰਦੇ ਨੇ। ਹਾਂਜੀ, ਜੇ ਅਸੀਂ ਸੋਚ ਕੇ ਜਾ ਰਹੇ ਹਾਂ ਵੀ ਅਸੀਂ ਉਸ ਇੰਡਸਟਰੀ ਦੇ ਵਿੱਚ ਜਾਣਾ ਜਿੱਥੇ ਪੰਜਾਬੀ ਪ੍ਰਧਾਨ ਨੇ, ਸਾਨੂੰ ਇੰਗਲਿਸ਼ ਦੀ ਸ਼ਾਇਦ ਘੱਟ ਲੋੜ ਪਊਗੀ, ਮੈਂ ਇਹ ਨਹੀਂ ਕਹਿੰਦੀ ਨਹੀਂ ਪਊਗੀ, ਸ਼ਾਇਦ ਘੱਟ ਲੋੜ ਪਊਗੀ। ਟਰੱਕਿੰਗ ਦੇ ਵਿੱਚ ਪੰਜਾਬੀਆਂ ਨੇ ਪਹਿਲਾਂ ਤੋਂ ਹੀ ਧਾਕ ਜਮਾਈ ਹੋਈ ਹੈ, ਬਹੁਤ ਚਿਰਾਂ ਤੋਂ ਬਹੁਤ ਮਿਹਨਤ ਕਰਦੇ ਨੇ ਉਸ ਚੀਜ਼ 'ਚ, ਤਾਂ ਉਹਨਾਂ ਦਾ ਸਰਵਾਈਵਲ ਹੈਗਾ, ਉਹਨਾਂ ਨੂੰ ਸ਼ਾਇਦ ਇੰਗਲਿਸ਼ ਦੀ ਉੱਥੇ ਲੋੜ ਘੱਟ ਪਊਗੀ। ਬਟ ਜੇ ਕਹੀਏ ਕਿ ਆਪਾਂ ਉੱਥੇ ਜਾ ਕੇ ਕੋਈ ਵਾਈਟ ਕਾਲਰ ਜੋਬ ਕਰਨੀ ਹੈ, ਕਿਸੇ ਕਾਰਪੋਰੇਟ ਜੋਬ ਦੇ ਵਿੱਚ ਜਾਣਾ, ਤਾਂ ਜਾਂ ਤਾਂ ਫਿਰ ਇੰਗਲਿਸ਼ ਇੱਥੋਂ ਸਿੱਖ ਜਾਓ, ਨਹੀਂ ਤਾਂ ਫਿਰ ਉੱਥੇ ਜਾ ਕੇ ਸਿੱਖਣੀ ਪਊਗੀ। ਉੱਥੇ ਵੀ ਬਹੁਤ ਸਾਰੀਆਂ ਦੁਕਾਨਦਾਰੀਆਂ ਆਲਰੇਡੀ ਬਣ ਚੁੱਕੀਆਂ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਆਪਣੇ ਪੰਜਾਬੀਆਂ ਨੂੰ ਇੰਗਲਿਸ਼ ਨਹੀਂ ਆਉਂਦੀ। ਸੋ ਮਨਰੂਪ, ਇੰਡੀਆ ਐਂਡ ਕੈਨੇਡਾ ਆਰ ਐਂਟਾਇਰਲੀ ਡਿਫਰੈਂਟ ਨੇਸ਼ਨਸ ਹੈ ਨਾ, ਆਪਣਾ ਕੁਝ ਵੀ ਮੈਚ ਨਹੀਂ ਕਰਦਾ ਉਹਨਾਂ ਨਾਲ, ਭਾਵੇਂ ਉਹ ਕਲਚਰ ਹੋਵੇ, ਸਪੈਸ਼ਲੀ ਮੌਸਮ।
ਜਿਹੜਾ ਹੁਣ ਸੁਣਨ 'ਚ ਆ ਰਿਹਾ ਕਿ ਉੱਥੇ ਕਾਫੀ ਸਨੋਫਾਲ ਹੋ ਰਹੀ ਹੈ ਕੈਨੇਡਾ ਦੇ ਵਿੱਚ, ਅਤੇ ਕਲਚਰਲ ਡਿਫਰੈਂਸਿਸ ਤਾਂ ਹੈ ਹੀ ਨੇ, ਆਪਣੇ ਰੀਤੀ ਰਿਵਾਜ਼, ਆਪਣੇ ਰਿਚੁਅਲਸ ਉਹਨਾਂ ਤੋਂ ਐਗਜ਼ੈਕਟਲੀ ਡਿਫਰੈਂਟ ਨੇ, ਠੀਕ ਹੈ, 180 ਡਿਗਰੀ ਡਿਫਰੈਂਟ ਨੇ ਉਹਨਾਂ ਨਾਲੋਂ। ਅਤੇ ਅਜਿਹੀ ਕੰਡੀਸ਼ਨ ਦੇ ਵਿੱਚ ਕੀ ਇੰਡੀਅਨਸ ਲਈ ਜਾਂ ਪੰਜਾਬੀਆਂ ਲਈ ਉੱਥੇ ਜਾ ਕੇ ਸਰਵਾਈਵ ਕਰਨਾ ਔਖਾ ਹੋ ਜਾਂਦਾ, ਕਿ ਉਹ ਰੈਡੀਲੀ ਇੰਡੀਅਨਸ ਨੂੰ, ਜਿਹੜੇ ਨੇਟਿਵ ਪੀਪਲ ਨੇ ਕੈਨੇਡਾ ਦੇ, ਅਸੈਪਟ ਕਰ ਲੈਂਦੇ ਨੇ, ਜਾਂ ਕੁਝ ਡਿਫਰੈਂਸਿਸ ਦੇਖਣ ਨੂੰ ਮਿਲਦੇ ਨੇ ਦੋਵੇਂ ਕਲਚਰਸ ਦੇ ਵਿੱਚ? ਮੈਨੂੰ ਲੱਗਦਾ ਹੈ ਕਿ ਜਿਹੜੇ ਪੰਜਾਬੀ ਨੇ ਬਹੁਤ ਫਲੈਕਸੀਬਲ ਨੇ। ਜਦੋਂ ਵੀ ਕਿਸੇ ਵੀ ਕੰਟਰੀ 'ਚ ਜਾਂਦੇ ਨੇ, ਉੱਥੋਂ ਦੇ ਕਲਚਰ ਨਾਲ, ਉੱਥੋਂ ਦੀ ਸੱਭਿਅਤਾ ਨਾਲ ਰਚ ਮਿਚ ਆਪੇ ਹੀ ਜਾਂਦੇ ਨੇ। ਅਤੇ ਉਸੇ ਹਿਸਾਬ ਨਾਲ ਜਿੰਨੇ ਵੀ ਮੈਂ ਹਜੇ ਤੱਕ ਦੇਖੇ ਨੇ, ਉਹਨਾਂ ਨੇ ਉੱਧਰ ਦੇ ਕਲਚਰ ਨੂੰ ਬਹੁਤ ਅੱਛੇ ਤਰੀਕੇ ਨਾਲ ਐਕਸੈਪਟ ਕੀਤਾ ਹੋਇਆ, ਜਦ ਕਿ ਆਪਣੇ ਜਿਹੜੇ ਰੀਤੀ ਰਿਵਾਜ਼, ਦਿਨ ਤਿਉਹਾਰ ਨੇ, ਉਹ ਕੋਈ ਵੀ ਨਹੀਂ ਭੁੱਲਦਾ ਹੁੰਦਾ। ਜੇ ਮੈਂ ਗੱਲ ਕਰਾਂ ਉੱਧਰ ਦੇ ਲੋਕਾਂ ਦੀ, ਤਾਂ ਉਹ ਵੀ ਬੜੇ ਖੁਸ਼ ਹੁੰਦੇ ਨੇ ਸਾਡੀ ਸੈਲੀਬ੍ਰੇਸ਼ਨ ਨੂੰ ਸੈਲੀਬ੍ਰੇਟ ਕਰਕੇ। ਸੋ ਜਿਵੇਂ ਕਾਰਪੋਰੇਟ ਸੈਕਟਰਸ ਜਾਂ ਕੰਪਨੀਜ਼ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਨਾਲ ਦੇ ਲੋਕੀ ਉੱਥੇ ਹਰ ਟਾਈਪ ਦਾ ਲੋਕ ਹੈਗਾ, ਹਰ ਇੱਕ ਕੰਟਰੀ ਦੇ ਲੋਕ ਨੇ ਉੱਥੇ। ਸੋ ਜੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਅੱਜ ਸਾਡਾ ਤਿਉਹਾਰ ਹੈ, ਸਪੋਜ਼ ਸਾਡੀ ਅੱਜ ਦੀਵਾਲੀ ਹੈ, ਅਤੇ ਅਸੀਂ ਉੱਥੇ ਸਮੋਸੇ ਲੈ ਗਏ ਜਾਂ ਮਿਠਾਈ ਲੈ ਗਏ, ਉਹ ਬਹੁਤ ਖੁਸ਼ ਹੁੰਦੇ ਨੇ। ਸੋ ਸਮੋਸੇ ਇੰਡੀਆ ਦੇ ਤਾਂ ਹਰ ਥਾਂ ਮਸ਼ਹੂਰ ਨੇ, ਗੋਰਿਆਂ ਨੂੰ ਵੀ ਸਾਰਿਆਂ ਨੂੰ ਪਤਾ ਸਮੋਸਿਆਂ ਬਾਰੇ। ਅਤੇ ਜੇ ਬਾਕੀ ਕਲਚਰਲ ਡਿਫਰੈਂਸਿਸ ਹੋਰ ਮੈਨੂੰ ਨਹੀਂ ਲੱਗਦਾ ਬਹੁਤ ਜ਼ਿਆਦਾ ਨੇ। ਦਿਨ ਤਿਉਹਾਰ ਹਰ ਕੋਈ ਖੁਸ਼ੀ ਦੇ ਨਾਲ ਮਨਾਉਂਦਾ ਹੈ। ਕੈਨੇਡਾ ਅਤੇ ਅਮੈਰੀਕਾ ਜਿਹੜਾ ਵਰਲਡ ਦਾ ਲਾਰਜੈਸਟ ਬਾਰਡਰ ਸ਼ੇਅਰ ਕਰਦੇ ਨੇ, ਜਿਹਨੂੰ 49th ਪੈਰਲ ਲਾਈਨ ਕਿਹਾ ਜਾਂਦਾ, ਜਿਵੇਂ ਇੰਡੀਆ ਪਾਕਿਸਤਾਨ ਵੀ ਬਾਰਡਰ ਸ਼ੇਅਰ ਕਰਦੇ ਨੇ। ਸੋ ਕਾਫੀ ਜ਼ਿਆਦਾ ਸਿਮਿਲੈਰਿਟੀਜ਼ ਇੰਡੀਅਨ ਪੀਪਲ ਅਤੇ ਪਾਕਿਸਤਾਨੀ ਪੀਪਲ 'ਚ ਦੇਖਣ ਨੂੰ ਮਿਲਦੀਆਂ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਆਪਣੇ ਲੋਕਾਂ ਦਾ ਇੰਪੈਕਟ ਕ੍ਰੋਸ ਬਾਰਡਰ ਹੈ, ਔਰ ਉਹਨਾਂ ਦਾ ਇੰਪੈਕਟ ਆਪਣੇ 'ਤੇ ਦੇਖਣ ਨੂੰ ਮਿਲਦਾ, ਭਾਵੇਂ ਉਹ ਲੈਂਗੁਏਜ ਹੋਵੇ, ਭਾਵੇਂ ਉਹ ਕਲਚਰ ਹੋਵੇ। ਜਿਹੜੇ ਕੈਨੇਡਾ ਦੇ ਪ੍ਰੋਵਿੰਸ ਨੇ, ਜਿਹੜੇ ਬਾਰਡਰ ਦੇ ਨੇੜੇ ਲੱਗਦੇ ਨੇ, ਕੀ ਉਹਨਾਂ ਦਾ ਉਹਨਾਂ 'ਤੇ ਅਮੈਰੀਕਨ ਸੋਸਾਇਟੀ ਦਾ ਇੰਪੈਕਟ ਹੈ? ਅਮੈਰੀਕਨ ਸੋਸਾਇਟੀ 'ਚ ਰੇਸਿਜ਼ਮ ਕਾਫੀ ਡੀਪ ਰੂਟਡ ਹੈ। ਪਿੱਛੇ ਜੇ ਜਾਰਜ ਫਲੋਇਡ ਵਾਲਾ ਇੰਸੀਡੈਂਟ ਆਪਾਂ ਦੇਖਿਆ ਸੀ, ਹੈ ਨਾ, ਅਤੇ ਉਸ ਇੰਸੀਡੈਂਟ ਨੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆਂ ਸੀ। ਕੀ ਕੈਨੇਡਾ ਦੇ ਵਿੱਚ ਵੀ ਰੇਸਿਜ਼ਮ ਦੇਖਣ ਨੂੰ ਮਿਲਦੀ ਹੈ, ਉਸ ਲੈਵਲ ਦੀ ਦੇਖਣ ਨੂੰ ਮਿਲਦੀ ਹੈ, ਜਾਂ ਉਸ ਤੋਂ ਘੱਟ ਹੈ, ਜਾਂ ਕੈਨੇਡੀਅਨ ਸੋਸਾਇਟੀ ਹੈ ਜਿਹੜੀ ਉਹ ਸਿਵਲਾਈਜ਼ਡ ਹੈ? ਜੀ ਗਗਨਦੀਪ, ਜੇ ਗੱਲ ਕਰੀਏ ਆਪਾਂ ਕਲਚਰਲ ਡਿਫਰੈਂਸਿਸ ਦੀ ਜਾਂ ਕਲਚਰਲ ਸਾਂਝਾਂ ਦੀ, ਤਾਂ ਹਾਂਜੀ, ਇੱਥੋਂ ਅਤੇ ਪਾਕਿਸਤਾਨ ਦੀ ਗੱਲ ਆਪਾਂ ਕਰਦੇ ਹਾਂ, ਉਹਨਾਂ ਦਾ ਕਲਚਰ ਜਿਹੜਾ ਬਹੁਤ ਸਿਮਿਲਰ ਹੈ। ਰੀਜ਼ਨ ਬੀਇੰਗ ਕਿ ਉੱਥੋਂ ਦੇ ਲੋਕ ਇੱਥੇ ਆਏ ਸੀ, ਇੱਥੋਂ ਦੇ ਲੋਕ ਉੱਥੇ ਗਏ ਸੀ, ਤਾਂ ਅਸੀਂ ਆਪਣੇ ਜਿਹੜੇ ਕਲਚਰਲ ਇੰਪੈਕਟ ਸੀ ਉੱਥੇ ਛੱਡ ਕੇ ਆਏ ਹਾਂ, ਅਤੇ ਸਿਮਿਲੈਰਿਟੀਜ਼ ਹੈਗੀਆਂ ਨੇ। ਅਮੈਰੀਕਾ ਅਤੇ ਕੈਨੇਡਾ ਦੀ ਜੇ ਗੱਲ ਕਰੀਏ, ਹਾਂਜੀ, ਉਹਨਾਂ ਦੀ ਡਰੈਸਿੰਗ ਸੈਂਸ ਦਾ, ਉਹ ਚੀਜ਼ਾਂ ਦਾ ਡੈਫੀਨੇਟਲੀ ਇੰਪੈਕਟ ਕੈਨੇਡਾ 'ਤੇ ਬਹੁਤ ਜ਼ਿਆਦਾ ਹੈ। ਬਟ ਔਨ ਦਾ ਅਦਰ ਕੌਨਟੈਕਸਟ ਜੇ ਗੱਲ ਕੀਤੀ ਜਾਵੇ, ਤਾਂ ਕੈਨੇਡੀਅਨ ਜਿਹੜੇ ਲੋਕ ਨੇ ਉਹ ਬਹੁਤ ਪੋਲਾਈਟ ਨੇ ਅਮੈਰੀਕਨਸ ਦੇ ਨਾਲੋਂ। ਇਹ ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਵੀ ਰਿਹਾ ਹੈ, ਅਤੇ ਹਮੇਸ਼ਾ ਕਿਹਾ ਜਾਂਦਾ ਹੈ ਕਿ ਕੈਨੇਡਾ ਜਿਹੜਾ ਉਹ ਮਲਟੀ ਕਲਚਰਲ ਕੰਟਰੀ ਹੈ, ਅਤੇ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਪੋਲਾਈਟ ਅਤੇ ਸਿਵਲਾਈਜ਼ਡ ਨੇ ਐਜ਼ ਕੰਪੇਅਰ ਟੂ ਅਮੈਰੀਕਨਸ ਵਿਚ ਦੇ ਆਰ ਰੂਡ। ਅਤੇ ਜੇ ਰੇਸਿਜ਼ਮ ਦੀ ਗੱਲ ਕੀਤੀ ਜਾਵੇ, ਉਹ ਹਰੇਕ ਦੇਸ਼ ਦੇ ਵਿੱਚ ਥੋੜ੍ਹਾ ਥੋੜ੍ਹਾ ਹੁੰਦਾ, ਕਿਤੇ ਵੱਧ ਕਿਤੇ ਘੱਟ। ਕੈਨੇਡਾ ਦੇ ਵਿੱਚ ਥੋੜ੍ਹਾ ਵੇਖਣ ਨੂੰ ਮਿਲਦਾ, ਹੁੰਦਾ ਹੈ, ਛੋਟੇ ਲੈਵਲ 'ਤੇ ਹੁੰਦਾ। ਬਹੁਤ ਸਾਰੇ ਆਪਾਂ ਕੇਸਿਸ ਸੁਣੇ, ਜਿਵੇਂ ਥੋੜ੍ਹੇ ਚਿਰ ਪਹਿਲਾਂ, ਮੈਨੂੰ ਨਹੀਂ ਪਤਾ ਤੁਸੀਂ ਸ਼ਾਇਦ ਸੁਣਿਆ ਕਿ ਨਹੀਂ, ਕਿ ਵੈਨਕੂਵਰ ਸਰੀ ਵਾਲੇ ਪਾਸੇ ਇੱਕ ਬਜ਼ੁਰਗ ਕਪਲ 'ਤੇ ਕਿਸੇ ਨੇ ਅਟੈਕ ਕੀਤਾ ਸੀ ਜਾਂ ਉਹਨਾਂ 'ਤੇ ਥੁੱਕਿਆ ਸੀਗਾ। ਕੁਛ ਐਵੇਂ ਦੇ ਕੇਸਿਸ ਡੈਫੀਨੇਟਲੀ ਦੇਖਣ ਨੂੰ ਮਿਲਦੇ ਨੇ। ਜਾਂ ਛੋਟੀਆਂ ਮੋਟੀਆਂ ਚੀਜ਼ਾਂ ਮੈਂ ਐਸੀਆਂ ਦੇਖੀਆਂ ਨੇ ਕਿ ਇੰਡੀਅਨ ਸਟੋਰਸ ਦੇ ਵਿੱਚ ਕੋਈ ਉੱਧਰ ਦਾ ਬੰਦਾ ਵੜ ਕੇ ਗਲਤ ਬੋਲ ਗਿਆ ਉੱਥੋਂ ਦੇ ਰਿਪਰੈਜ਼ੈਂਟੇਟਿਵਸ ਨੂੰ, ਜਾਂ ਕੋਈ ਐਵੇਂ ਦੀਆਂ ਗੱਲਾਂ ਕਰ ਗਿਆ, ਉਹ ਹੁੰਦੀਆਂ। ਬਟ ਜੇ ਕਹੀਏ ਬਹੁਤ ਵੱਡੇ ਲੈਵਲ 'ਤੇ ਨਹੀਂ, ਬਹੁਤ ਵੱਡੇ ਲੈਵਲ 'ਤੇ ਨਹੀਂ ਹੈ, ਅਤੇ ਉਹਦੇ ਲਈ ਕੈਨੇਡੀਅਨ ਸਰਕਾਰ ਅਵੇਅਰ ਵੀ ਹੈ, ਉਹ ਕੁਛ ਐਕਸ਼ਨਸ ਵੀ ਲੈਂਦੇ ਨੇ। ਇੱਕ ਪੰਜਾਬੀ ਮੂਵੀ ਦਾ ਇੱਕ ਫੇਮਸ ਡਾਇਲੋਗ ਹੈ ਕਿ ਬਾਹਰਲੇ ਦੇਸ਼ਾਂ 'ਚ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ, ਪਰ ਕੈਨੇਡਾ ਦੇ ਵਿੱਚ ਇਟਸ ਅ ਡਿਫਰੈਂਟ ਸਟੋਰੀ। ਇਹ ਬਹੁਤ ਕਿੱਸੇ ਅਜਿਹੇ ਸੁਣਨ 'ਚ ਆਏ ਨੇ ਕਿ ਪੰਜਾਬੀ ਹੀ ਪੰਜਾਬੀਆਂ ਨੂੰ ਜ਼ਿਆਦਾ ਐਕਸਪਲੋਇਟ ਕਰਦੇ ਨੇ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਇਤਫਾਕ ਰੱਖਦੇ ਹੋ? ਗਗਨਦੀਪ, ਮੈਂ ਸੋਚਦੀ ਹਾਂ ਕਿ ਹਰੇਕ ਸਟੋਰੀ ਦੀਆਂ ਦੋ ਸਾਈਡਸ ਹੁੰਦੀਆਂ ਨੇ, ਠੀਕ ਹੈ। ਪਹਿਲਾਂ ਆਪਾਂ ਪੋਜ਼ੀਟਿਵ ਸਾਈਡ ਦੀ ਗੱਲ ਕਰਦੇ ਹਾਂ, ਕਿ ਮੈਂ ਉਹ ਪੰਜਾਬੀ ਵੀ ਦੇਖੇ ਨੇ ਜਿਹੜੇ ਕਿਸੇ ਨੂੰ ਜਾਣਦੇ ਨਹੀਂ ਹੁੰਦੇ, ਦੂਜੇ ਪੰਜਾਬੀ ਨੂੰ ਜਾਣਦੇ ਨਹੀਂ ਹੁੰਦੇ, ਪਰ ਉਹਨਾਂ ਦੀ ਮਦਦ ਕੀਤੀ ਹੈ। ਮੈਂ ਖੁਦ ਐਸੇ ਪੰਜਾਬੀਆਂ ਨੂੰ ਮਿਲੀ ਹਾਂ ਜਦੋਂ ਮੈਂ ਨਵੀਂ ਗਈ ਸੀਗੀ। ਜਿਸ ਸ਼ਹਿਰ ਮੈਂ ਜਾ ਕੇ ਰਹਿਣਾ ਸੀ, ਉਸ ਸ਼ਹਿਰ 'ਚ ਮੈਨੂੰ ਕੋਈ ਨਹੀਂ ਜਾਣਦਾ ਸੀ, ਸਾਡਾ ਕੋਈ ਵੀ ਨੋਨ ਨਹੀਂ ਸੀਗਾ। ਅਤੇ ਮੈਨੂੰ ਉਹਨਾਂ ਦੀ ਰੈਫਰੈਂਸ ਗੁਰਦੁਆਰਿਓਂ ਕਿਸੇ ਪੰਜਾਬੀ ਨੇ ਦੇ ਦਿੱਤੀ ਕਿ ਉਹ ਫੈਮਿਲੀ ਬਹੁਤ ਚੰਗੀ ਹੈ, ਬਹੁਤ ਪਹਿਲਾਂ ਦੀ ਵਸੀ ਹੋਈ ਹੈ ਇੱਥੇ, ਉਹ ਤੁਹਾਡੀ ਹੈਲਪ ਕਰਨਗੇ। ਮੈਂ ਉਹਨਾਂ ਦਾ ਬਿਲਕੁਲ ਅਨਨੋਨ ਹੋ ਕੇ ਜਾ ਕੇ ਦਰਵਾਜ਼ਾ ਖੜਕਾਇਆ, ਅਤੇ ਉਹਨਾਂ ਨੇ ਮੈਨੂੰ ਕਿਸੇ ਰਿਸ਼ਤੇਦਾਰ ਨਾਲੋਂ ਵੀ ਚੰਗਾ ਟਰੀਟ ਕੀਤਾ।
ਤੇ ਮੈਂ ਇਹ ਨਹੀਂ ਕਹਿ ਸਕਦੀ ਵੀ ਸਾਰੇ ਇੱਕੋ ਜਿਹੇ ਹੁੰਦੇ ਨੇ, ਬਟ ਹਾਂਜੀ ਅਸੀਂ ਐਸੇ ਕਿੱਸੇ ਵੀ ਸੁਣੇ ਨੇ ਜਿਸ 'ਚ ਪੰਜਾਬੀਆਂ ਦੀਆਂ ਲੱਤਾਂ ਖਿੱਚਦੇ ਨੇ, ਉਹਨਾਂ ਦਾ ਵਪਾਰ ਖੋਹਦੇ ਨੇ, ਉਹਨਾਂ ਜਿਹੜੇ ਅਗਰ ਉਹ ਇੰਪਲੋਇਰਸ ਨੇ ਪੁਰਾਣੇ ਸੈੱਟ ਨੇ ਤਾਂ ਜਿਹੜੇ ਉਹਨਾਂ ਕੋਲ ਬੱਚੇ ਪੰਜਾਬੀ ਇੰਪਲੋਈਜ਼ ਨੇ ਉਹਨਾਂ ਨੂੰ ਉਹਨਾਂ ਦੀਆਂ ਵੇਜਸ ਪੂਰੀਆਂ ਨਹੀਂ ਦਿੰਦੇ ਜਾਂ ਦਿੰਦੇ ਹੀ ਨਹੀਂ ਹੈਗੇ। ਸੋ ਐਸੀ ਹਰ ਟਾਈਪ ਦੀਆਂ ਸਿਚੁਏਸ਼ਨਸ ਉੱਥੇ ਹੈਗੀਆਂ ਨੇ ਅਤੇ ਪੰਜਾਬੀ ਹਾਂਜੀ ਅੱਜ ਕੱਲ੍ਹ ਨੈਗੇਟਿਵ ਕੰਮਾਂ ਵਾਸਤੇ ਬਹੁਤ ਜ਼ਿਆਦਾ ਮਸ਼ਹੂਰ ਹੋ ਰਹੇ ਨੇ ਅਤੇ ਇਵੇਂ ਦੇ ਬਹੁਤ ਸਾਰੇ ਕਿੱਸੇ ਹੈਗੇ ਨੇ। ਬਟ ਆਪਾਂ ਜੇ ਇਹ ਕਹੀਏ ਕਿ ਪੋਜ਼ੀਟਿਵ ਸਾਈਡ ਆਫ ਦਾ ਸਟੋਰੀਜ਼ ਤਾਂ ਆਪਾਂ ਨੂੰ ਉਹ ਲੋਕਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਜਿਹੜੇ ਐਕਚੁਅਲੀ ਇੱਕ ਦੂਜੇ ਦੀ ਮਦਦ ਕਰਦੇ ਨੇ।